जे गुरु साहब ने भी शर्तां दे उत्ते कहा आ तां ओह वडियाई नहीं है गुरु साहब दी। कदे सोच के देखो जदों तीजे पातशाह ने साडे समाज दे अंदर जिहड़ी घुंड कड्ढण दी प्रथा सी, अज जे देखो वो जिहड़े बच्ची ने जिहड़ा कंपीटीशन लड़िया जिथों जाके आई आ, पहली गल तां ईमानदारी नाल कदे बैठ के सोचो भी उत्थे तक पहुंचण दे लई सोचना जिहड़ा आ साडे तुहाडे विचों किसे दा इह सोचना किन्ना करज चाहीदा हो भी मैं कुछ इदां दा करां। फिर किन्नी एबिलिटी चाहिदी उहदे अंदर, किन्नी योग्यता चाहिदी है, शरीरक पक्षों भी दिमाग पक्षों भी। कदे जिहड़ा बिलड़ लाना ना, इन्हां नूं कहो भी 2 किलो भार अपने शरीर दा घटा के दिखा लो, किते कोई टारगेट रख के दिखा लो भी इन्ने सैकंड विच इन्ना दौड़ना जां इन्ना भार चकना आ, जां कोई टीचा पूरा कर, जां कोई इन्हों कहो भी इंग्लिश सीख के दिखा लो भी इन्ने बैंड लेने आ, मैं कोई किताब कहो भी तू आ किताब पढ़ के 100 अखर दा जां इन्ने सेंटेंस दा जां इन्ने पेज दा एक आर्टिकल लिखना आ। किसी विषय के उत्ते इन्हों कहो भी इदा तुसी गुरु ग्रंथ साहिब के विषय ते आर्टिकल लिख के दिखा लो 10 जने, इदा वो भेजना किसी स्कॉलर के कोल यूनिवर्सिटी देखना भी उत्ते IQ लैवल थोड़ा कित्थे खड़ा, कोई टीचा दे के दिखा लो इन्होंने, कख नहीं, जो जी करदा जिद्दां दे मर्जी अपने असूल आ, बस सारियां दे उत्ते बह जाना सिरां दे जाके। इन्हां मुल्खां दे विच आके जिन्हां बच्चियां ने स्विमिंग करनी आ, कि उत्थे मेल टीचर नहीं हुंदे? जिन्हां ने जिमनास्टिक करनी आ उत्थे बंदे टीचर नहीं हुंदे? उह शरीर दी प्रदर्शनी करन जांदियां ओह, जिहदा इन्ना जोर लगा आ अपने आप दे विच। जदों टकसाल जगराज सिंह दी जिहड़ी वीडियो बनी आ, उन तां सारा शरीर कज के रखिया सी, शरीर तो बाल भी नहीं कट्टिया सी उन तां एक, ਉਹ ਪ੍ਰਮਾਣ ਆ ਤੁਹਾਨੂੰ। ਉੱਥੇ ਕਹਿੰਦੇ ਕੋਈ ਗੱਲ ਨਾ ਕਰੋ, ਕਹੋ ਨਾ ਜੀ ਵੀ ਬੇਇੱਜ਼ਤੀ ਹੁੰਦੀ ਹੈ। ਤਾਂ ਹੁਣ ਕਿੰਨਾ ਅਗਲੇ ਨੂੰ ਹੌਸਲਾ ਚਾਹੀਦਾ, ਕਿੰਨੀ ਲੈਂਗੁਏਜ ਦੀ ਉਹਨੂੰ ਤਿਆਰੀ ਕੀਤੀ ਹੋਣੀ ਆ, ਉਹਦੇ ਲਈ ਪੈਸਾ ਵੀ ਇਨਵੈਸਟ ਹੋਇਆ ਹੋਣਾ, ਆਪਣੇ ਫਿਜ਼ੀਕਲੀ ਸਰੀਰ ਨੂੰ ਪਹਿਲਾਂ ਵੇਟ ਆਪਣਾ ਸੰਭਾਲਣ ਦੇ ਲਈ, ਫਿਰ ਚਲੋ ਉਹਦੀ ਹਾਈਟ ਜਿਹੜੀ ਆ, ਉਹਦਾ ਰੰਗ ਆ ਜਿਹੜਾ ਨੈਣ ਨਕਸ਼ ਆ, ਉਹ ਕੁਦਰਤ ਵੱਲੋਂ ਹੋਣਗੇ, ਬਾਕੀ ਜਿੰਨਾ ਮੇਨਟੇਨ ਕੀਤਾ ਉਹਨੂੰ ਆਪਣੇ ਆਪ ਨੂੰ, फिर उन्होंने बारे सोचना, उहदी तैयारी करनी, उहदे विचों लभना, अपना कॉन्फिडेंस लैवल वधा के रखना, कोई चीज़ पिछे नूं ड्रैग ना करे तुहानूं। किन्नी तैयारी चाहिदी उहदे लई, 2 अखर स्टेज ते भी बोलने होण तां बंदा कंब जांदा जानी है। तां इह सारे कुछ दे विचों सानूं लभ्या की भी लै जी हुण बच्चियां ने ਜਿਹੜੀ ਸਾਡੀ ਬੱਚੀ ਆ, ਜੇ ਮੈਨੂੰ ਫਿਕਰ ਇਹ ਆ ਵੀ ਮੇਰੀ ਕੁੜੀ ਇਦਾਂ ਦੇ ਕੱਪੜੇ ਪਾ ਕੇ ਨਾ ਘੁੰਮਣ ਲੱਗ ਪਵੇ, ਜਿੰਨੇ ਜਣੇ ਫਿਕਰ ਕਰਦੇ ਆ ਉਹਨਾਂ ਨੂੰ ਪੁੱਛੋ ਵੀ ਜਦੋਂ ਉਹਨਾਂ ਦੀਆਂ ਲੜਕੀਆਂ ਭਤੀਜੀਆਂ ਭਾਣਜੀਆਂ ਆਈਲਟਸ ਕਰਕੇ ਬਾਹਰ ਆਈਆਂ, ਉਹਨੇ ਸੋਚਿਆ ਵੀ ਰਹਿਣਾ ਕਿੱਥੇ ਆ ਉਹਨਾਂ ਨੇ? ਉਦੋਂ ਸਾਰਾ ਕੁਝ ਪ੍ਰਵਾਨ ਹੋ ਗਿਆ ਆਪਣੀ ਮਰਜ਼ੀ ਨਾਲ। ਕਦੇ ਜਿਹੜੀ ਮੈਂ ਗੱਲ ਕਰਦਾ ਵੀ ਜਦੋਂ ਅਸੀਂ ਪ੍ਰਤੀਕਰਮ ਕਰਦੇ ਹਾਂ, ਉਦੋਂ ਆਪਣੇ ਅੰਦਰ ਨੂੰ ਪੜ੍ਹ ਕੇ ਦੇਖੀਏ ਵੀ ਇਹ ਖਿਆਲ ਮੇਰੇ ਅੰਦਰ ਕਾਹਤੇ ਆਇਆ, ਇਹ ਵਿਚਾਰ ਮੇਰੇ ਅੰਦਰ ਕਾਹਤੇ ਆਇਆ, ਕਿ ਕੋਈ ਇੱਦਾਂ ਦੀ ਧਿਰ ਆ ਜਿਹਦੇ ਨਾਲ ਮੈਂ ਜੁੜਿਆ ਹੋਇਆ, ਉਹਨਾਂ ਦੇ ਪ੍ਰਭਾਵ ਥੱਲੇ, ਜਿੱਦਾਂ ਉਹਨੇ ਬੋਲਿਆ ਪ੍ਰਭਾਵ ਥੱਲੇ ਆ ਕੇ ਮੈਂ ਸਟੇਟਮੈਂਟ ਦੇ ਦਿੱਤੀ। ਕੀ ਇਹ ਗੱਲ ਹੈ ਕਿ ਮੈਨੂੰ ਡਰ ਲੱਗਦਾ ਆ ਵੀ ਮੈਂ ਆਪਣੀ ਜਵਾਨੀ ਬਾਰੇ ਆਪਣੇ ਕਾਲਜ ਵੇਲੇ ਕੁੜੀਆਂ ਨੂੰ ਦੇਖਦਾ ਰਿਹਾ, ਛੇੜਦਾ ਰਿਹਾ, ਜਿਹੜੀਆਂ ਸੋਹਣੀਆਂ ਕੁੜੀਆਂ ਸੀ ਉਹ ਮੈਨੂੰ ਪਸੰਦ ਨਹੀਂ ਸੀ ਕਰਦੀਆਂ, ਮੇਰੇ ਵੱਲ ਦੇਖਦੀਆਂ ਨਹੀਂ ਸੀ, ਦੂਜੇ ਮੁੰਡਿਆਂ ਵੱਲ ਜ਼ਿਆਦਾ ਅਟਰੈਕਟ, ਮੈਨੂੰ ਨਫ਼ਰਤ ਮੇਰੇ ਅੰਦਰ ਭਰੀ ਗਈ ਆ। ਹੁਣ ਮੈਂ ਨਹੀਂ ਚਾਹੁੰਦਾ ਵੀ ਮੇਰੀ ਕੁੜੀ ਉੱਦਾਂ ਦੇ ਕੱਪੜੇ ਪਾ ਕੇ, ਉੱਦਾਂ ਦੇ ਜਿਹੜੇ ਲੜਾਈ ਕਰਨੇ ਵਾਲੇ ਜਾਂ ਖੇਡਣੇ ਵਾਲੇ ਮੁੰਡੇ, ਮਸਟੰਡੇ ਮੁੰਡੇ ਆ, ਉਹਨਾਂ ਨਾਲ ਫਿਰੇ। ਮੈਨੂੰ ਇਹ ਡਰ ਲੱਗਦਾ ਅੰਦਰੋਂ। ਮਤਲਬ ਕਿਹੜੀ ਚੀਜ਼ ਆ, ਕਿਹੜਾ ਵਿਚਾਰ ਆਉਂਦਾ ਸਾਡੇ ਅੰਦਰ? ਕੋਈ ਡਰ ਆ, ਕੋਈ ਨਫ਼ਰਤ ਆ,
कोई लालच आ ਜਿਹੜਾ ਸਾਡਾ ਇਹ ਓਪੀਨੀਅਨ ਬਣਾ ਰਿਹਾ, ਨਹੀਂ ਤਾਂ ਕਿਸੇ ਦੇ ਉੱਤੇ, ਕਿਸੇ ਹੋਰ ਦੇ ਸੰਬੰਧ ਵਿੱਚ, ਕਿਸੇ ਹੋਰ ਦੀ ਮਿਹਨਤ ਦੇ ਉੱਤੇ ਸਾਨੂੰ ਇਹ ਕੋਈ ਸਾਂਝਾ ਵਿਸ਼ਾ ਤਾਂ ਹੈ ਨਹੀਂ, ਇਹ ਕੋਈ ਇਦਾਂ ਦੀ ਗੱਲ ਤਾਂ ਹੈ ਨਹੀਂ। ਮੋਰਲਿਟੀ ਕੋਈ ਇਦਾਂ ਦੀ ਗੱਲ ਥੋੜੀ ਆ ਜਿਹਦੇ ਨਾਲ ਅਸੀਂ ਸਾਰੇ ਜੁੜੇ ਹੋਏ ਆ। ਗੁਰਦੁਆਰਿਆਂ ਦੇ ਅੰਦਰ ਜਦੋਂ ਸਾਡਾ ਇਤਿਹਾਸ ਜਿਸ ਤਰੀਕੇ ਨਾਲ ਲਿਖਿਆ ਗਿਆ ਆ, ਉਹਦੇ ਨਾਲ ਸਾਡੀ ਕੋਈ ਬੇਇੱਜ਼ਤੀ ਨਹੀਂ ਹੋਈ। ਗੁਰੂ ਗੋਬਿੰਦ ਸਿੰਘ ਦੇ ਨਾਂ ਨਾਲ 404 ਚਰਿੱਤਰ ਜੋੜ ਦਿੱਤੇ। ਅੱਧਾ ਦਸਮ ਗ੍ਰੰਥ ਗੰਦ ਨਾਲ ਭਰਿਆ ਹੋਇਆ ਹੈ। ਕਦੇ ਸੋਚਿਆ ਉਹਨਾਂ ਥਾਵਾਂ ਤੇ ਜਾ ਕੇ ਜਿਹੜੇ ਲੋਕ ਫਿਲਮਾਂ ਵਿੱਚ ਵੀ, ਮਾਡਲਿੰਗ ਵਿੱਚ ਵੀ ਕੰਮ ਕਰਦੇ ਆ, ਜਿਹੜੇ ਕਿਸੇ ਵੀ ਇੰਡਸਟਰੀ ਜਾਂਦੇ, ਜੌਬਾਂ ਤੇ ਜਾਂਦੀਆਂ ਕੁੜੀਆਂ, ਉੱਥੇ ਪ੍ਰੋਟੋਕਾਲ ਕਿੱਦਾਂ ਦੇ ਆ? ਇਹਨਾਂ ਮੁਲਕਾਂ ਦੇ ਕਾਨੂੰਨ ਕਿੰਨੇ ਸਖਤ ਆ ਵੀ ਜੇ ਕੋ ਅਨਨੈਸੈਸਰੀ ਬਿਨਾਂ ਲੋੜ ਤੋਂ ਕਿਸੇ ਦੀਆਂ ਗੱਲਾਂ ਵੱਲ ਨੂੰ ਵੀ ਦੇਖ ਲੈਂਦਾ, ਜੇ ਕੁੜੀ ਇੰਨੀ ਵੀ ਰਿਪੋਰਟ ਕਰ ਦੇਵੇ ਨਾ ਵੀ ਮੇਰੇ ਬੁੱਲਾਂ ਵੱਲ ਨੂੰ ਦੇਖ ਰਿਹਾ ਸੀ, ਇਹ ਮੇਰੀ ਗਰਦਨ ਵੱਲ ਨੂੰ ਦੇਖ ਰਿਹਾ ਸੀ, ਇਹ ਮੇਰੀ ਛਾਤੀ ਵੱਲ ਨੂੰ ਦੇਖ ਰਿਹਾ ਸੀ, ਲੋੜ ਨਹੀਂ ਸੀ ਉੱਥੇ ਮੇਰੇ ਨਾਲ ਗੱਲ ਕਰਨ ਦੀ ਬਜਾਏ, ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਨ ਦੀ ਬਜਾਏ ਮੇਰੀ ਛਾਤੀ ਵੱਲ ਦੇਖ ਰਿਹਾ ਸੀ। ਮੈਨੂੰ ਤਕਲੀਫ, ਮੈਨੂੰ ਬੁਰਾ ਲੱਗਿਆ ਜਦੋਂ ਸਮਝਿਆ ਬੱਚੀ ਨੂੰ। ਤੁਹਾਨੂੰ ਕਦੇ ਸੋਚਿਆ ਤੁਸੀਂ ਬੱਚੀਆਂ ਦਾ ਤਾਂ ਕੀ, ਮੁੰਡਿਆਂ ਦਾ ਕਿੰਨਾ ਸ਼ੋਸ਼ਣ ਹੋਇਆ ਗੁਰਦੁਆਰਿਆਂ ਦੇ ਅੰਦਰ, ਧਾਰਮਿਕ ਸਥਾਨਾਂ ਦੇ ਅੰਦਰ, ਟਕਸਾਲ ਵਰਗੀਆਂ ਥਾਵਾਂ ਤੇ, ਦਰਬਾਰ ਸਾਹਿਬ ਵਰਗੀਆਂ ਥਾਵਾਂ ਤੇ। ਜਗਰਾਜ ਦੀਆਂ ਜਿਹੜੀਆਂ ਵੀਡੀਓ ਆਈਆਂ ਗੁਰਦੁਆਰੇ ਦੇ ਅੰਦਰੋਂ ਨਹੀਂ ਆਈਆਂ, ਆਪਣੇ ਆਲੇ ਦੁਆਲੇ ਨਿਗਾਹ ਨਹੀਂ ਮਾਰ ਕੇ ਦੇਖ ਸਕਦੇ ਅਸੀਂ। ਮੈਂ ਜਦੋਂ ਆਪਣੇ ਬਚਪਨ ਨੂੰ ਯਾਦ ਕਰਦਾ, 7ਵੀਂ 8ਵੀਂ 10ਵੀਂ ਤੱਕ ਆਪਣੇ ਸਕੂਲ ਨੂੰ ਯਾਦ ਕਰਦਾ, ਤੇ ਦਰਜਨਾਂ ਉਦਾਹਰਨਾਂ ਮੇਰੇ ਸਾਹਮਣੇ ਆ ਜਾਂਦੀਆਂ ਰਿਲੇਸ਼ਨਸ਼ਿਪ ਦੀਆਂ। 6ਵੀਂ 7ਵੀਂ 'ਚ ਪੜ੍ਹਦੀਆਂ ਕੁੜੀਆਂ ਦੀਆਂ, 8ਵੀਂ 'ਚ ਪੜ੍ਹਦੀਆਂ ਕੁੜੀਆਂ ਦੇ ਟੀਚਰਾਂ ਨਾਲ ਰਿਲੇਸ਼ਨਸ਼ਿਪ ਦੀਆਂ, ਸਕੂਲ ਦੀਆਂ ਮਾਸਟਰੀਆਂ ਦੀਆਂ ਟੀਚਰਾਂ ਨਾਲ ਰਿਲੇਸ਼ਨਸ਼ਿਪ ਦੀਆਂ, ਪਿੰਡ ਦੇ ਵਿੱਚ ਕਿੰਨਾ ਕੁਛ ਇੱਕਦਮ ਏਦਾਂ ਦਿਸ ਰਿਹਾ ਹੁੰਦਾ ਸਾਹਮਣੇ। ਉਦੋਂ 50 ਸਾਲ ਪਿੱਛੇ ਚਲ ਜਾਓ, ਉਦੋਂ 50 ਸਾਲ ਪਿੱਛੇ ਚਲ ਜਾਓ, ਕਿਹੜੇ ਟਾਈਮ ਦੀ ਗੱਲ ਕਰਦੇ ਹਾਂ ਅਸੀਂ? 7ਵੇਂ ਪਾਤਸ਼ਾਹ ਦੇ ਕਿੰਨੇ ਵਿਆਹ, 10ਵੇਂ ਪਾਤਸ਼ਾਹ ਦੇ ਨਾਲ ਜਿਹੜੀ ਕਹਾਣੀ ਜੋੜੀ ਆ, ਅੱਜ ਦੇ ਸਮੇਂ 'ਚ ਜੇ ਕੋਈ ਬੰਦਾ, ਭਾਈ ਰਣਜੀਤ ਸਿੰਘ ਹੁਣੀ ਆ ਜਾਂ ਕੋਈ ਹੋਰ ਬੰਦਾ, ਕੋਈ ਲੀਡਰ ਲੈ ਲਓ, ਪੋਲੀਟੀਕਲ ਲੀਡਰ ਲੈ ਲਓ, ਉਹ ਵਿਆਹਿਆ ਹੋਵੇ, ਉਹਨੂੰ ਕੋਈ ਕੁੜੀ ਕਹਿ ਦੇਵੇ, ਸੁਖਬੀਰ ਬਾਦਲ ਨੂੰ ਕੋਈ ਕੁੜੀ ਕਹਿ ਦੇਵੇ, ਕੋਈ 20-22 ਸਾਲ ਦੀ ਕੁੜੀ, ਵੀ ਮੈਂ ਤੈਨੂੰ ਆਪਣਾ ਪਤੀ ਮੰਨ ਲਿਆ, ਮੈਂ ਤਾਂ, ਤੇ ਉਹ ਕਹੇ ਠੀਕ ਆ, ਮੇਰੇ 2 ਬੱਚੇ ਆ, ਸਿਮਰਤ ਕੌਰ ਬਾਦਲ ਬੱਚਿਆਂ ਨੂੰ ਦੇਖਦੀ ਆ, ਉਹ ਬੱਚਿਆਂ ਦੀ ਮਾਂ ਆ, ਹਨਾ, ਤੂੰ ਅਕਾਲੀ ਦਲ ਦੀ, ਸਾਰਿਆਂ ਦੀ, ਜਿਹੜੇ ਸਾਡੇ ਵਰਕਰ ਆ ਯੂਥ ਵਿੰਗ ਦੇ, ਉਹਨਾਂ ਦੀ ਮਾਂ, ਤੈਨੂੰ ਬਾਕੀ ਭਾਬੀ ਤੈਨੂੰ ਉਹ ਕਹਿਣਗੇ। ਉਹ ਕੁੜੀ ਨੂੰ ਰੱਖ ਲਵੇ ਆਪਣੀ ਤੀਵੀਂ ਬਣਾ ਕੇ, ਅਸੀਂ ਉਹਨੂੰ ਮਹਾਨ ਕਹਾਂਗੇ। 10ਵੇਂ ਪਾਤਸ਼ਾਹ ਨਾਲ ਜਿਹੜੀ ਇਹ ਕਹਾਣੀ ਜੋੜੀ ਗਈ ਆ, ਸਾਨੂੰ ਡਰ ਨਹੀਂ ਲੱਗਾ ਉਸ ਵੇਲੇ? ਤ੍ਰਿਆ ਚਰਿੱਤਰ ਦੇ ਰਾਹੀਂ ਜਿੰਨਾ ਗੰਦ ਫੈਲਾਇਆ ਗਿਆ, ਅਸੀਂ ਜਦੋਂ ਇਹ ਦਾਅਵਾ ਕਰਦੇ ਹਾਂ ਕਿ ਤੀਜੇ ਪਾਤਸ਼ਾਹ ਨੇ 16ਵੀਂ ਸਦੀ ਦੇ ਅੰਦਰ, ਜਿੱਥੇ ਸਮਾਜ ਦੇ ਅੰਦਰ ਔਰਤ ਨੂੰ ਘੁੰਡ ਕੱਢ ਕੇ, ਮੁਸਲਮਾਨ ਧਰਮ ਦੇ ਅੰਦਰ ਬੁਰਕਾ ਪਾ ਕੇ, ਹਿੰਦੂ ਸਮਾਜ ਦੇ ਅੰਦਰ ਆਪਣੇ ਆਪ ਨੂੰ ਢੱਕ ਕੇ ਰੱਖਣ ਦੀ ਪ੍ਰਥਾ ਸੀ। ਹਿੰਦੂ ਧਰਮ ਦੇ ਅੰਦਰ, ਹਿੰਦੂ ਸਮਾਜ ਦੇ ਅੰਦਰ ਜਦੋਂ ਕੋਈ ਖਸਮ, ਕੋਈ ਪਤੀ ਮਰ ਜਾਂਦਾ ਸੀ ਤਾਂ ਔਰਤ ਨੂੰ ਸਤੀ ਹੋਣਾ ਪੈਂਦਾ ਸੀ। ਉਹ ਪ੍ਰਥਾ ਖਤਮ ਕੀਤੀ, ਘੁੰਡ ਕੱਢਣ ਦੀ ਪ੍ਰਥਾ ਖਤਮ ਕੀਤੀ, ਤੇ ਔਰਤ ਜਦੋਂ ਆਵੇ ਸੰਗਤ ਦੇ ਵਿੱਚ, ਕਿਸੇ ਘਰੋਂ ਬਾਹਰ ਜਾਵੇ, ਆਪਣਾ ਚਿਹਰਾ ਉਹਦਾ ਨੰਗਾ ਦੀਦਾ ਹੋਵੇ ਚਿਹਰਾ। ਹੁਣ ਲੌਜਿਕ ਕੀ ਸੀਗਾ ਵੀ ਜੇ ਬੁਰੀ ਸੋਚ ਕਿਸੇ ਬੰਦੇ ਦੀ ਆ ਤੇ ਔਰਤ ਨੂੰ ਕਾਹਤੇ ਕਹਿ ਰਿਹਾ ਉਹ ਚਿਹਰਾ ਢਕੇ? ਚਾਹੀਦਾ ਤਾਂ ਇਹ ਹੈ, ਜਿਸ ਤੁਹਾਨੂੰ ਲੱਗਦਾ ਵੀ ਇਹ ਬੰਦੇ ਦੀ ਅੱਖ ਮੈਲੀ ਆ, ਠੀਕ ਹੈ, ਉਹਦੀਆਂ ਅੱਖਾਂ ਢੱਕ ਦਿਓ, ਅੱਖਾਂ ਦੇ ਪੱਟੀ ਬੰਨ੍ਹ ਦਿਓ, ਤੇ ਤੂੰ ਭਾਈ ਜਦੋਂ ਘਰੋਂ ਨਿਕਲਣਾ, ਤੂੰ ਲੋਕਾਂ ਦੀਆਂ ਤੀਵੀਆਂ ਵੱਲੋਂ ਦੇਖਣਾ, ਤੂੰ ਅੱਖਾਂ ਦੇ ਪੱਟੀ ਬੰਨ੍ਹ ਕੇ ਨਿਕਲਣਾ। ਹੁਣ ਜਿਹੜੀ ਨਿਗਾਹ ਮਾੜੀ ਪੁਜਾਰੀ ਦੀ ਆ, ਜਰਿਆ ਉਹ ਤੋਂ ਨਹੀਂ ਜਾਂਦਾ, ਉਹਨੂੰ ਖਿਜ ਇਸ ਗੱਲੋਂ ਆ ਰਹੀ ਆ ਵੀ ਮੇਰੀ ਤੀਵੀਂ ਮੋਟੀ ਜਿਹੀ, ਕਾਲੀ ਜਿਹੀ, ਆਹ ਕਿੱਦਾਂ ਕਰਕੇ ਬਣ ਠਣ ਕੇ ਮੇਰੇ ਤੋਂ ਝੱਲ ਨਹੀਂ ਹੁੰਦੀ,
मेरे तो अंदर बड़बड़ उठदियां भी किहड़ी घड़ी ढा के बिस्तरे सट्टा मैनू। हुण ये दस्सण दी बजाए, ये कहण दी बजाए भी ना भाई मैं अपनी घर वाली नाल डिवोर्स करन लगा, जां अपनी घर वाली नूं कहां भी मैं तूं वेट घटा अपना, मैनू मोटी तीवी पसंद नहीं हैगी। इन्नी हिम्मत दिखाउण दी बजाए ਉਹ असूल दूजिਆਂ ਲਈ बनाई जा रहा भी कुड़ियां नूं कहो शरीर ढक के रखण जी। तू ईमानदार आ भाई, तू जिहड़ा भी बंदा ये गल कह रहा है वो ये क्यों नहीं दसदा भी तैनूं डर किहड़ी गल दा आ। कदे बच्ची दे अंदर बैठ के, लड़की दे अंदर बैठ के बंदे ने सोचा भी साइकोलॉजिकली वो जदों छोटी जदों 10 साल तो छोटी उम्र की बच्ची आ ना, तो सारे घर के बंदियां नूं चंगी तरह पता हुंदा, वो फर्क देखते हैं। हरेक परिवार के अंदर डिस्कशन होंदी आ भी देखो जी मुंडा आ वो इदां ट्रैक्टरां नाल ट्रक्कां नाल इदां दीयां चीज़ां नाल खेडदा, कुड़ी इदां गुड्डी इहनूं दित्ती सी, इदां कपड़ा लैके सूई लैके उहदे कपड़े सीण लग पई, उहनूं चक के कुछड़ फिरी जांदी आ, इदां एक छोटी जी प्रैम लैके आ गई तो नाल यानी वो फर्क दीदा है उहनूं। पर जदों 10-12 साल तो उत्ते जांदी आ फिर हिम्मत हैगी साडे समाज दे अंदर, बंदे दे अंदर, बाप दे भरावां दे अंदर भी हुण साइकोलॉजिकली उहदे अंदर की वापरिया, उहदी चाहना किदां दी आ, किहड़ी चीज़ उहनूं मोटिवेट कर रही है, किदां दे कंप्लीमेंट चंगे लगदे आ उहनूं। असीं कदे सोचिया भी साडियां बच्चियां साडियां औरतां जदों इदां इदां जिद्दां इदां असीं कहने भी इदां इदां खड़ इदां तुर, उहदा किन्ना नुकसान हुंदा। उहदी नैक जद कि जानी जिहड़े जिहड़े मोढे आ तुहाडे बिल्कुल पिछे नूं स्ट्रैच करके इदां खड़ना चाहिदा, इदां तुरना चाहिदा, जिहदे नाल उहदी धौण ठीक आ, उहदी अपने उहदी बैक, उहदे मोढे बैक सीधी रहे, ठीक है, जिहड़ी मोढियां ते टेंशन आउंदी ओह ना आवे, धौण जिहड़ी आ इत्थे जिन्ने बल पैणे आ ਉਹ ਸਿੱਧੇ ਰਹਿਣ, ਹਾਈਟ ਨੂੰ ਉਹਦੀ ਨੂੰ फर्क पवे, ਉਹ खड़े मान ਦੇ ਨਾਲ इदां मूँह उत्ते नूं ਚੱਕ के इदां। पर असीं साडे समाज विच की कर दित्ता जांदा, ਉਹਦਾ किन्ना नुकसान हुंदा अगे जाके, बैक दा, मोढियां दा, नैक दा, जोड़ां दीयां दर्दां। अगले कहंदे जिथे मर्जी हुंदी, चाहे कूहणी च आ, चाहे मोढे च आ, चाहे धौण च आ, जड़ आ जिहड़ी ਉਹ बैक दे विच आ, रीढ़ दी हड्डी दे विच आ। हुण जदों 12-13 साल दी हुंदी आ, सानूं साडे अंदर कदे होया भी इहनूं हुण ट्रेनिंग इहदी देनी शुरू करिए, किसे कोल भेजीए इहनूं भी मोहरे तेरी लाइफ किदां दी आ, कोचिंग होवे उहदी, भी तेरा कंपीटीशन किन्हां दे नाल होना। जिन्ना डिप्रैशन हुंदा उहनूं कॉलेज टाइम दे अंदर 18-19 साल तक कदे असीं उस दर्द नूं देखिया भी किन्नियां चक्कियां च पिसदी होगी ओह, भी घरों इदां जदों किसी दी गल हुंदी है, जदों घर दे असीं बैठ के अपने सिट रूम च इदां करदे आ भी इदां दी कुड़ी नूं तां वड्ढ देना चाहीदा। जो साहिबां दी गल हुंदी है, जो किसी दी भी गल होवे इदां भी कुड़ी ने मर्जी नाल ब्याह करा लिया, डकरे कर देवे दंदियां दे। फिर जदों अपने मुंडे नूं ब्याह के लियाउणा असीं, फिर असीं ये चाहुंदे आ भी ਉਹ कुड़ी आवे जिहड़ी इदां सत्कार भी सारियां दा करदी होवे, फटाफट मुंडे 2-3 जम के इदां इदां मुंडे भी जम देवे, घर दा काम भी सारा करदी होवे, फिर साडा बिजनेस आ उत्थे भी खड़ जावे जाके, जदों को आवे तो इदां इदां मुंडे नाल डांस भी वधिया करे, इदां देखण भी मॉडल लगदी होवे, जिद्दां दे सुपने असीं अपनी नूंह दे विच देखदे आ, जिद्दां दी पसंद सानूं पता भी साडा मुंडा करदा। जदों मुंडे दा किते मुंडे दी अरेंजमेंट मैरिज कर दिंदे आ, ਉਹਦੇ अंदर ਉਹਨੂੰ ਜਿਹੜੀ तकलीफ आउंदी आ, ਜਿਹੜਾ ਉਹ साल 1.5 साल बाद इदां डिवोर्स ते कड्ढे चल ਜਾਂਦਾ, कुड़ी छड्ड के चल ਜਾਂਦੀ, ਜਾਂ ਉਹ ਕਹਿੰਦਾ नहीं मैं नहीं रखदा। ਉਹ ਤਿਆਰੀ ਅਸੀਂ ਬੱਚੀ ਲਈ ਵੀ ਕੀਤੀ ਕਦੇ ਵੀ ਇਹਨੇ ਕਾਲਜ ਜਾਣਾ, ਇਹਦੇ ਨਾਲ ਦੀਆਂ ਜਿਹੜੀਆਂ 7-8 ਸਹੇਲੀਆਂ ਹੋਣੀਆਂ ਇਹਦੀਆਂ, ਉਹ ਕਿੱਦਾਂ ਦੀਆਂ ਹੋਣਗੀਆਂ, ਕਿ ਇਹ ਵਧੀਆ ਚੰਗੀ ਚੱਜੀ ਸੋਹਣੀ ਕੁੜੀ ਨੂੰ ਫਰੈਂਡ ਬਣਾ ਸਕੂਗੀ। ਜੇ ਇਹਨੂੰ ਬਣਾ ਲਿਆ, ਜੇ ਉਸ ਕੁੜੀ ਨੂੰ 10 ਮੁੰਡੇ ਪਸੰਦ ਕਰਦੇ ਹੋਏ ਤੇ ਅਸੀਂ ਆਪਣੀ ਕੁੜੀ ਨੂੰ ਥੈਲਾ ਜਿਹਾ ਬਣਾ ਕੇ ਤੋਰ ਰਹੇ ਹਾਂ,
ਇਹਨੂੰ ਕੋਈ ਦੇਖਦਾ ਨਾ ਹੋਇਆ, ਇਹਦੇ ਅੰਦਰ ਘਟਾ ਨਾ ਆਊਗਾ, ਇਹਦੇ ਅੰਦਰ ਜੈਲਸ ਨਾ, ਨਫ਼ਰਤ ਨਾ ਭਰੂਗੀ, ਇਹ ਹੀਣ ਭਾਵਨਾ ਚ ਨਾ ਜਾਊਗੀ ਕਿ ਅਸੀਂ ਕਦੇ ਉਹ ਚੀਜ਼ ਦਾ ਅਹਿਸਾਸ ਨਹੀਂ ਕੀਤਾ ਜਦੋਂ ਸਾਡੇ ਨਾਲ ਦੇ ਅੱਗੇ ਲੰਘੇ ਹੋਣ ਤੇ ਸਾਨੂੰ ਆਪਣੇ ਆਪ ਤੇ ਘਟਾ ਹੋਇਆ ਹੋਵੇ ਵੀ ਕਿਹੜੀ ਚੀਜ਼ ਕਰਕੇ ਇਸ ਕੁੜੀ ਨੇ ਮੈਨੂੰ ਰਿਜੈਕਟ ਕਰ ਦਿੱਤਾ। ਉਹ ਭਾਵਨਾ ਕੁੜੀ ਦੇ ਅੰਦਰ ਨਹੀਂ ਬਣਦੀ ਵੀ ਮੇਰੇ ਅੰਦਰ ਕਿਹੜੀ ਕਮੀ ਸੀ ਜਿਸ ਕਰਕੇ ਇਸ ਮੁੰਡੇ ਨੇ, ਦੋਸਤ ਤਾਂ ਮੇਰਾ ਸੀ ਪਰ ਪਸੰਦ ਇਹਨੂੰ ਕਰ ਗਿਆ ਹੈ। ਕਿੰਨਾ ਟਾਈਮ ਲੱਗਦਾ ਹੋਊਗਾ ਉਹ ਜਿਹੜੇ ਅੰਦਰ ਦਾਗ, ਅੰਦਰ ਛਾਪਾਂ, ਅੰਦਰ ਫੋੜੇ ਹੁੰਦੇ ਆ, ਅੰਦਰ ਜ਼ਖਮ ਬਣਦੇ ਆ ਜਿਹੜੇ, ਉਹਨਾਂ ਨੂੰ ਖਤਮ ਹੋਣ ਨੂੰ, ਉਹਨਾਂ ਨੂੰ ਹੀਲ ਹੋਣ ਨੂੰ, ਉਹਨਾਂ ਨੂੰ ਮਿਟਣੇ ਨੂੰ। ਜੇ ਮਿਟਦੇ ਹੋਣਗੇ ਕਿਤੇ, ਜੇ ਨਹੀਂ ਮਿਟਦੇ ਤਾਂ ਕਿੰਨਾ ਕਲੇਸ਼ ਅੰਦਰ ਚੱਲਦਾ ਹੋਊਗਾ। ਫਿਰ ਅਸੀਂ ਆਲ ਆਫ ਸਡਨ ਜਦੋਂ ਸਾਨੂੰ ਲੱਗਦਾ ਪਏ ਹੁਣ 24 ਸਾਲ ਦੀ ਕੁੜੀ ਹੋ ਗਈ, ਹੁਣ ਵਿਆਹਣ ਨੂੰ, ਹੁਣ ਅਗਲੀ ਕਹਿੰਦੀ ਮੈਂ ਨਹੀਂ ਵਿਆਹ ਕਰਾਉਣਾ, ਕਿਉਂਕਿ ਸਾਨੂੰ ਨਹੀਂ ਨਾ ਪਤਾ ਉਹਦੇ ਅੰਦਰ ਕੀ ਚੱਲ ਰਿਹਾ। ਹੁਣ ਜੇ ਉਹਦੇ ਦਿਮਾਗ ਦੇ ਵਿੱਚ ਆ ਰਿਹਾ ਵੀ 6 ਜਣਿਆਂ ਨੇ ਰਿਜੈਕਟ ਕਰ ਦਿੱਤਾ ਮੈਨੂੰ, ਜੇ ਤੁਸੀਂ ਮੈਨੂੰ ਵਿਆਹ ਕੇ ਵੀ ਤੁਰੂੰਗਾ ਕੀ ਗਰੰਟੀ ਆ ਉਹ ਮੇਰੇ ਨਾਲ ਪੈ ਜਾਊਗਾ। ਮੇਰੇ ਨਾਲ ਵਿਆਹ ਕਰਾਉਣ ਤੋਂ ਬਾਅਦ ਜੇ ਹੋਰ ਕਿਸੇ ਨਾਲ ਮੇਰੇ ਅਗਲੀ ਸੋਚਦੀ ਹੋਵੇ ਵੀ 2 ਮੇਰੇ ਬॉयਫ੍ਰੈਂਡ ਬਣੇ ਆ, ਦੋਹਾਂ ਨੇ ਮੇਰੇ ਨਾਲ ਦੋਸਤੀ ਕਰਦਿਆਂ ਹੋਇਆਂ ਨੇ ਮੇਰੇ ਤੋਂ ਚੋਰੀ ਰਿਲੇਸ਼ਨਸ਼ਿਪ ਕਿਸੇ ਹੋਰ ਨਾਲ ਬਣਾ ਲਈ, ਔਰ ਜਿਨ੍ਹਾਂ ਨਾਲ ਵੀ ਬਣਾਈ ਆਖੀਰ ਤੇ ਜਾ ਕੇ ਮੈਂ ਦੇਖਿਆ ਉਹ ਪਤਲੀ ਸੀ ਮੇਰੇ ਨਾਲੋਂ, ਉਹ ਮੇਰੇ ਨਾਲੋਂ ਇਸ ਕੋਲੋਂ ਵਧੀਆ ਸੀ। ਠੀਕ ਹੈ, ਤੇ ਇਹ ਕੀ ਗਰੰਟੀ ਆ ਵੀ ਮੇਰਾ ਹਸਬੈਂਡ ਮੇਰੇ ਨਾਲ ਧੋਖਾ ਨਹੀਂ ਕਰੂਗਾ। ਉਹ ਸਾਰੇ ਕੁਛ ਦੇ ਵਿੱਚੋਂ ਜਾਨੀ ਜਿਹੜੀ ਰਿਲੇਸ਼ਨਸ਼ਿਪ ਹੈ, ਜਿੰਨਾ ਸਾਡਾ ਜ਼ੋਰ ਲੱਗਾ ਆ ਕਿ ਵਿਆਹ ਨਾਂ ਦੀ ਸੰਸਥਾ ਹੈ ਜਿਹੜੀ ਇਹ ਇਦਾਂ ਹੀ ਰਹੇ, ਵਧੀਆ ਇਦਾਂ ਬਣੀ ਰਹੇ, ਤੇ ਸਾਡਾ ਧਿਆਨ ਨਹੀਂ ਚਾਹੀਦਾ ਕਿ ਬੱਚੀਆਂ ਜਦੋਂ 12 13 14 ਸਾਲ ਦੀਆਂ ਹੋ ਜਾਂਦੀਆਂ, ਅਸੀਂ ਤਾਂ ਮਾਡਲ ਬਣਾਉਣ ਦੇ ਲਈ ਉਹਨਾਂ ਨੂੰ ਮਿਸ ਯੂਨੀਵਰਸ ਬਣਾਉਣ ਦੇ ਲਈ ਤਿਆਰ ਕਰੀਏ, ਉਹਨਾਂ ਦੇ ਅੰਦਰ ਕੌਨਫੀਡੈਂਸ ਭਰੀਏ, ਉਹਨਾਂ ਦਾ ਭਰੋਸਾ ਬਣਿਆ ਰਹੇ। ਹਾਂ, ਡਰ ਸਾਨੂੰ ਇਹ ਆ ਵੀ ਹੈ ਜੇ ਮੇਰੀ ਕੁੜੀ ਨੇ ਕੋਈ ਮੁੰਡਾ ਪਸੰਦ ਕਰ ਲਿਆ, ਜੇ ਮੇਰੀ ਕੁੜੀ ਕਿਸੇ ਨਾਲ ਫਿਰ ਲੱਗ ਪਈ, ਮੇਰੀ ਬੇਇੱਜ਼ਤੀ ਹੋ ਜਾਣੀ। ਉਹ ਉਹਦੇ ਨਾਲ ਗੱਲ ਕਰੀਏ ਵੀ ਬੱਚੀਏ ਤੂੰ ਜੇ 18 ਸਾਲ ਦੀ ਹੋ ਕੇ ਵੀ ਕਹੇਂਗੀ ਵਿਆਹ ਕਰਾਉਣਾ ਨਾ, ਅਸੀਂ ਤਿਆਰ ਹਾਂ। ਬਸ ਇੰਨਾ ਭਰੋਸਾ ਰੱਖ ਸਾਡੇ ਤੇ, ਜਿੱਦਣ ਤੈਨੂੰ ਲੱਗਿਆ ਵੀ ਤੇਰਾ ਮਨ ਪੜ੍ਹਾਈ 'ਚ ਨਹੀਂ ਲੱਗਦਾ, ਤੂੰ ਕਿਸੇ ਮੁੰਡੇ ਦੇ ਨਾਲ ਵਿਆਹ ਕਰਾ ਕੇ ਰਹਿਣਾ ਚਾਹੁੰਦੀ, ਸਾਨੂੰ ਦੱਸ ਦੇ। ਤੈਨੂੰ ਮੁੰਡਾ ਪਸੰਦ ਆਊਗਾ, ਤੇਰੀ ਪਸੰਦ ਸਾਡੀ ਪਸੰਦ ਆ, ਤੂੰ ਫਿਕਰ ਨਾ ਕਰੀ ਬੱਚੇ ਕਿੱਦਾਂ ਪੜ੍ਹ ਲਗੇ, ਤੂੰ ਫਿਕਰ ਨਾ ਕਰੀ ਘਰ ਦਾ ਕਿੱਦਾਂ ਕੰਮ ਕਿੱਦਾਂ ਹੋਊਗਾ। ਸਾਡੇ ਪੁੱਤ ਵਿਆਹ ਕੇ ਅਸੀਂ ਨੂੰਹ ਦਾ ਕੰਮ ਵੀ ਤਾਂ ਕਰਦੇ ਹੀ ਹਾਂ। ਕੁੜੀਏ ਤੈਨੂੰ ਮੁੰਡਾ ਪਸੰਦ ਆਊਗਾ, ਤੇਰਾ ਵਿਆਹ ਕਰਾਂਗੇ, ਆਪਣੇ ਘਰ ਤੂੰ ਆਪਣਾ ਵੱਖਰਾ ਘਰ ਲੈ ਕੇ ਕਰੇਂਗੀ, ਅਸੀਂ ਮਦਦ ਕਰਾਂਗੇ, ਸਾਡੇ ਕੋਲ ਰੱਖਣਾ ਚਾਹੇਂਗੀ ਅਸੀਂ ਕਰਾਂਗੇ, ਰੋਟੀ ਪਾਣੀ ਤੇਰਾ ਅਸੀਂ ਕਰਾਂਗੇ, ਦੋਏ ਪੜ੍ਹੇ ਹੋ ਤੁਸੀਂ। ਡਰ ਖਤਮ ਨਹੀਂ ਹੋ ਸਕਦਾ ਸਾਡਾ। ਬੱਚੀਆਂ ਸਾਡੀਆਂ ਜਿਹੜੀਆਂ ਬੱਚੀਆਂ ਨੂੰ ਇੰਨੇ ਚਾਵਾਂ ਨਾਲ ਪਾਲਦੇ, ਇੰਨੇ ਪਿਆਰ ਨਾਲ ਪਾਲਦੇ ਹਾਂ ਅਸੀਂ, ਜਦੋਂ ਇੱਦਾਂ ਦੇ ਮੌਕੇ ਆ ਕੇ ਆਹ ਓਪੀਨੀਅਨ ਦਿੰਦੇ, ਜਦੋਂ ਉਹ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਇਹ ਕੁਛ ਪੜ੍ਹਦੀਆਂ ਹੋਣਗੀਆਂ, ਇੱਕ ਪਿਕਚਰ ਨਹੀਂ ਜਾਂਦੀ ਵੀ ਅਸੀਂ ਕਿੰਨੇ 100 ਸਾਲ ਤੋਂ ਗੰਦ ਚੱਕੀ ਫਿਰਦੇ ਆ। ਫਿਰ ਧਰਮ ਦਾ ਫਿਰ ਇਹ ਬਹਾਨਾ ਕਾਤੇ ਕਰਦੇ ਆ ਵੀ ਸੋ ਕਿਉਂ ਮੰਦਾ ਆਖੀ ਇੱਜ਼ਤ ਜੰਮੇ ਰਾਜਾਨ, ਵੀ ਸਾਡੇ ਧਰਮ ਦੇ ਅੰਦਰ ਤਾਂ ਜੀ ਅਸੀਂ ਸਿੱਖ ਤਾਂ ਔਰਤ ਨੂੰ ਬਰਾਬਰੀ ਦਿੰਦੇ। ਜੇ ਭਲਕੇ ਨੂੰ ਸਾਡੀ ਬੱਚੀ ਇਹ ਕਹਿੰਦੀ ਵੀ ਜੋ ਮਰਜ਼ੀ ਹੋ ਜਾਏ ਮੈਂ ਸਿੱਖ ਨਾਲ ਵਿਆਹ ਨਹੀਂ ਕਰਾਉਣਾ, ਉਹਦੇ ਦੋਸ਼ ਕਾਤੇ ਕੱਢਦੇ ਅਸੀਂ ਸਮਾਜ। ਜਦੋਂ ਮੁੜ ਕੇ ਗੱਲ ਉੱਥੇ ਆਉਂਦੀ ਆ ਜਿਨ੍ਹਾਂ ਦਿਨਾਂ 'ਚ ਤੀਜੇ ਪਾਤਸ਼ਾਹ ਨੇ ਗੱਲ ਕਹੀ ਹੋਊਗੀ ਤੇ ਔਰਤ ਨੇ ਘੁੰਡ ਨਹੀਂ ਕੱਢਣਾ, ਬੱਚੀਆਂ ਨੂੰ ਹਾਕਿਆ, ਉਹ ਕੈਦੀ ਬਣ ਕੇ ਕਿਉਂ ਫਿਰਦੀਆਂ, ਉਹ ਪਸ਼ੂ ਥੋੜੀ ਆਪੇ ਖੋਪੇ ਲਾ ਕੇ ਫਿਰਦੀਆਂ ਅੱਖਾਂ ਤੇ। ਸੋਹਣੇ ਚਿਹਰੇ ਆ, ਚੱਜੀਆਂ ਆ, ਉਹ ਦੱਸਣੋ ਵੀ ਕਿਸੇ ਨੂੰ, ਉਦੋਂ ਕਿੰਨਾ ਰੌਲਾ ਪਿਆ ਹੋਊਗਾ। ਉਸ ਵੇਲੇ ਦੇ ਜਿਹੜੇ ਰਖਵਾਲੇ ਹੋਣਗੇ ਧਰਮ ਦੇ, ਉਹਨੇ ਰੌਲਾ ਨਾ ਪਾਇਆ ਹੋਊਗਾ। ਅੱਜ ਜੇ ਸਾਨੂੰ ਇਸ ਗੱਲ ਦੇ ਉੱਤੇ ਜਿਹੜੇ ਖੜੇ ਨੂੰ ਜਾਣੀ ਇੱਕ ਲੈ ਜੀ ਇਹ ਕਲਚਰ ਸਾਡਾ ਖਾ ਗਿਆ, ਕਿਹੜਾ ਕਲਚਰ ਉਹ ਤੁਹਾਡਾ? 10ਵੇਂ ਗ੍ਰੰਥ ਤੁਹਾਡਾ ਕਲਚਰ? ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਮਾਸੀ ਦੀਆਂ ਕੁੜੀਆਂ ਨਾਲ ਵਿਆਹ ਕਰਾਉਣ ਲੱਗਿਆਂ ਦਾ ਕਲਚਰ ਨਹੀਂ ਖਾਧਾ ਗਿਆ ਤੁਹਾਡਾ?
ਜਿਹਨੂੰ ਕੱਖ ਦਾ ਨਹੀਂ ਪਤਾ, ਡੱਖੇ ਦਾ ਨਹੀਂ ਪਤਾ। ਔਰ ਕਈ ਤਾਂ ਇਦਾਂ ਦੇ ਆ, ਉਹਨਾਂ ਦੀ ਸ਼ਕਲ ਦੇਖ ਕੇ ਜਾਣੀ ਮੱਝ ਵੀ ਇਦਾਂ ਸਿਰ ਮਾਰ ਕੇ ਪਰੇ ਨੂੰ ਮੂੰਹ ਕਰ ਲਵੇ। ਤੁਹਾਨੂੰ ਕੀ ਪਤਾ ਵੀ ਕੁੜੀ ਦੀ ਫਿਤਰਤ ਕੀ ਹੁੰਦੀ ਹੈ।